ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਮਹਾਨ ਗੁਰਮਤਿ ਸਮਾਗਮ ਪਰਮ ਪੂਜਯ ਬਾਬਾ ਜੀ ਅਮਰ ਸ਼ਹੀਦ ਸੰਤ ਬਾਬਾ ਰਾਮ ਸਿੰਘ ਜੀ ਦੀ ਯਾਦ ਦੇ ਵਿੱਚ ਪ੍ਰਾਰੰਭ ਹੋਇਆ ਹੈ। ਜਿਤਨੇ ਵੀ ਗੁਰਮੁਖ ਪਿਆਰੇ ਆਏ ਹੋ, ਅਸਥਾਨ ਦੀ ਤਰਫੋਂ ਸਾਰਿਆਂ ਨੂੰ ਜੀ ਆਇਆਂ ਨੂੰ। ਤਕਰੀਬਨ ਤੁਸੀਂ ਸਾਰੇ ਹੀ ਇਹਨਾਂ ਲੜੀਆਂ ਦੇ ਵਿੱਚ ਅਖੰਡ ਪਾਠ ਸਾਹਿਬ ਜੀ ਕਰਾ ਰਹੇ ਹੋ। ਆਪਾਂ ਸਾਧੂ ਨੂੰ ਕੀ ਭੇਟ ਕਰ ਸਕਦੇ ਹਾਂ? ਗੁਰੂ ਪਾਤਸ਼ਾਹ ਨੇ ਗੁਰੂ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਮਹਾਨਤਾ ਦਿੱਤੀ ਹੈ ਬਾਣੀ ਨੂੰ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਵਾਸਤੇ ਦਾਸ ਬੇਨਤੀ ਕਰਦਾ ਹੈ ਕਿ ਜਿੱਥੇ ਆਪਾਂ ਹੋਰ ਸੇਵਾਵਾਂ ਕਰਨੀਆਂ ਹਨ, ਉੱਥੇ ਇੱਕ ਸੇਵਾ ਭਾਵੇਂ ਕਿਸੇ ਨੇ ਅਖੰਡ ਪਾਠ ਸਾਹਿਬ ਜੀ ਕਰਾਇਆ, ਭਾਵੇਂ ਨਹੀਂ ਕਰਾਇਆ, ਭਾਵੇਂ ਕੋਈ ਪ੍ਰਸ਼ਾਦਾ ਲੈ ਕੇ ਆਂਦਾ ਹੈ, ਭਾਵੇਂ ਨਹੀਂ ਲੈ ਕੇ ਆਂਦਾ, ਭਾਵੇਂ ਜੋੜਿਆਂ ਦੇ ਵਿੱਚ ਆ ਕੇ ਖੜਾ ਹੁੰਦਾ ਹੈ, ਭਾਵੇਂ ਨਹੀਂ ਖੜਾ ਹੁੰਦਾ, ਪਰ ਇੱਕ ਸੇਵਾ ਜ਼ਰੂਰ ਕਰਿਓ। ਉਹ ਹੈ ਕਿ ਬਾਬਾ ਜੀ ਦੀ ਯਾਦ ਦੇ ਵਿੱਚ ਆਪੋ ਆਪਣੇ ਘਰਾਂ 'ਚ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਕੇ, ਆਪਣੇ ਆਪਣੇ ਮਿੱਤਰਾਂ ਦੋਸਤਾਂ ਨੂੰ, ਆਂਢੀਆਂ ਗੁਆਂਢੀਆਂ ਨੂੰ ਕਹਿ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਾਓ, ਜਪਜੀ ਸਾਹਿਬ ਜੀ ਦੇ ਪਾਠ ਕਰਾਓ, ਮੂਲ ਮੰਤਰ ਦੇ ਪਾਠ ਕਰਾਓ। ਅਤੇ ਜਿਹੜੇ ਪਾਠ ਹੋਣਗੇ ਤੁਹਾਡੇ, ਉਹ ਤੁਸੀਂ ਆਪਣੇ ਕੋਲ ਨੋਟ ਕਰਦੇ ਜਾਇਓ। ਅਤੇ ਜਦੋਂ 16 ਤਰੀਕ ਨੂੰ ਸਾਰੀ ਸਮਾਪਤੀ ਦੀ ਅਰਦਾਸ ਹੋਣੀ ਹੈ, ਉਸ ਤੋਂ ਪਹਿਲਾਂ ਆਪ ਜੀ ਨੂੰ ਦੱਸ ਦਿੱਤਾ ਜਾਵੇਗਾ ਕਿ ਕਿਸ ਗੁਰਮੁਖ ਪਿਆਰੇ ਦੇ ਕੋਲ ਕਾਪੀ ਹੈ। ਉਹ ਸਾਰੇ ਪਾਠ ਤੁਸੀਂ ਆ ਕੇ ਲਿਖਾਣੇ ਹਨ, ਤਾਂ ਕਿ ਅਖੀਰ ਦੀ ਅਰਦਾਸ ਦੇ ਵਿੱਚ ਇਹ ਵੀ ਅਰਦਾਸ ਹੋਵੇ ਕਿ ਸੱਚੇ ਪਾਤਸ਼ਾਹ ਇਤਨੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਹਨ, ਇੰਨੇ ਜਪਜੀ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਏ ਹਨ, ਇਹਨਾਂ ਸੰਗਤਾਂ ਨੇ ਸੁਖਮਨੀ ਸਾਹਿਬ ਜੀ ਦੇ, ਜਪਜੀ ਸਾਹਿਬ ਜੀ ਦੇ ਮੂਲ ਮੰਤਰ ਦੇ ਪਾਠ ਕੀਤੇ ਹਨ। ਇਹ ਬੇਨਤੀ ਆਪ ਜੀ ਨੇ ਜ਼ਰੂਰ ਕਬੂਲ ਕਰਨੀ, ਆਪਣੇ ਹਿਰਦੇ 'ਚ ਵਸਾ ਕੇ ਰੱਖਣੀ। ਆਪ ਵੀ ਕਰੋ, ਜਿਹੜੇ ਤੁਹਾਡੇ ਮਿਲ ਵਰਤਣ ਵਾਲੇ ਹਨ ਉਹਨਾਂ ਨੂੰ ਵੀ ਪ੍ਰੇਰ ਕੇ ਤੁਸੀਂ ਕਰਾਓ। ਤਕਰੀਬਨ ਬਾਬਾ ਜੀ ਦੇ ਹੁੰਦਿਆਂ ਵੀ ਬਾਬਾ ਜੀ ਵੀ ਕਈ ਵਾਰੀ ਇਹ ਬਚਨ ਨੂੰ ਦ੍ਰਿੜ ਕਰਾਇਆ ਕਰਦੇ ਸਨ, ਜਗਤ ਮਜੂਰੀ ਦੇਤ ਹੈ, ਕਿਉਂ ਰਾਖੈ ਭਗਵਾਨ। ਜਦੋਂ ਸੰਸਾਰ ਦੇ ਵਿੱਚ ਆਪਾਂ ਕੋਈ ਮਜ਼ਦੂਰ ਰੱਖਦੇ ਹਾਂ ਤਾਂ ਉਸ ਨੂੰ ਮਜ਼ਦੂਰੀ ਦੇਣੀ ਪੈਂਦੀ ਹੈ। ਅਤੇ ਜਦੋਂ ਆਪਾਂ ਕਿਸੇ ਨੂੰ ਪ੍ਰੇਰ ਕੇ ਬਾਣੀ ਦਾ ਜਾਪ ਕਰਾਵਾਂਗੇ, ਇਹ ਸਮਝੋ ਕਿ ਆਪਾਂ ਪਰਮਾਤਮਾ ਦੀ ਮਜ਼ਦੂਰੀ ਕਰ ਰਹੇ ਹਾਂ, ਅਤੇ ਪਰਮਾਤਮਾ ਆਪਣੀ ਝੋਲੀ ਦੇ ਵਿੱਚ ਰਹਿਮਤਾਂ ਬਖਸ਼ਿਸ਼ਾਂ ਪਾਵੇਗਾ। ਦੁਬਾਰਾ ਫਿਰ ਸਾਰੇ ਸਤਸੰਗੀਆਂ ਦਾ, ਆਏ ਹੋਏ ਗੁਰਮੁਖ ਪਿਆਰਿਆਂ ਦਾ, ਮਹਾਂਪੁਰਸ਼ ਸੰਤ ਬਾਬਾ ਬਾਬੂ ਸਿੰਘ ਜੀ, ਸੰਤ ਬਾਬਾ ਗੁਰਮੀਤ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਦਾਸ ਬੇਨਤੀ ਕਰੇਗਾ 2 ਮਿੰਟ ਦੁਆਰਾ ਕਿ ਲਾਹਾ ਖੱਟ ਕੇ ਘਰਾਂ ਨੂੰ ਚੱਲੀਏ। ਆ ਕੇ ਤੁਸੀਂ ਬਾਣੀ ਸਰਵਣ ਕਰਦੇ ਹੋ, ਇਹ ਵੀ ਲਾਹਾ ਹੈ। ਆ ਕੇ ਝਾੜੂ ਫੇਰਦੇ ਹੋ, ਇਹ ਵੀ ਸਤਸੰਗੀ ਜਨੋ ਲਾਹਾ ਹੈ। ਲੰਗਰ ਘਰਾਂ ਤੋਂ ਬਣਾ ਕੇ ਲੈ ਕੇ ਆਉਂਦੇ ਹੋ, ਇਹ ਵੀ ਲਾਹਾ ਹੈ। ਤੁਸੀਂ ਆ ਕੇ ਲੰਗਰ ਵਰਤਾਉਂਦੇ ਹੋ, ਇਹ ਵੀ ਲਾਹਾ ਹੈ। ਦਸ ਤਕਰੀਬਨ ਕਿਆ ਕਰਦਾ ਹੈ ਕਿ ਜਦੋਂ ਚੌਗਿਰਦੀ ਇਸ ਚਾਰ ਦੁਆਰੀ ਵਿੱਚ ਆ ਗਏ, ਜੋ ਵੀ ਭਾਵਨਾ ਨਾਲ ਕਰੋਗੇ। ਮੈਂ ਬੇਨਤੀ ਕਰਾਂ, ਭਾਈ ਬਹਿਲੋ ਜੀ ਵਰਗਿਆਂ ਨੇ ਇਹ ਸਤਸੰਗੀ ਜਦੋਂ ਗੁਰੂ ਪਾਤਸ਼ਾਹ ਦੇ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕਰ ਲੀਆਂ। ਕਿਸੇ ਪ੍ਰੇਮੀ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਉੱਤਮ ਪਦਵੀ ਪਾ ਗਏ ਸੇਵਾ ਕਰਕੇ ਨੀਚ। ਜਿਹੜੀਆਂ ਕਿ ਆਪਾਂ ਨੂੰ ਸੰਸਾਰੀ ਤੌਰ 'ਤੇ ਨੀਵੀਆਂ ਸੇਵਾ ਲੱਗਦੀਆਂ ਹਨ, ਛੋਟੀਆਂ ਸੇਵਾ ਲੱਗਦੀਆਂ ਹਨ। ਭਾਈ ਬਹਿਲੋ ਬਸ ਭੱਠਿਆਂ ਦੇ ਵਿੱਚੋਂ ਗੰਦਗੀ ਤਾਂ ਲੋਕਾਂ ਦੀ ਵਿਸ਼ਟਾ ਇਕੱਠੀ ਕਰਕੇ ਲਿਆਇਆ ਕਰਦਾ ਸੀ ਨਾ। ਮੈਂ ਬੇਨਤੀ ਕਰਾਂ, ਆਪਾਂ ਵੀ ਆਪਣੇ ਇਹੋ ਜਿਹੇ ਮਨ ਬਣਾਓ ਵੀ ਆਹ ਸੰਗਤਾਂ ਦੇ ਵਾਸਤੇ ਫਲੈਸ਼ਾਂ ਹਨ। ਕੋਈ ਆਪਣੇ 'ਚੋਂ ਇਹੋ ਜਿਹੇ ਹੋਏ ਕਿ ਮੈਂ ਇਹ ਸਾਰੀਆਂ ਸਾਫ਼ ਕਰਕੇ ਜਾਣੀਆਂ ਹਨ। ਦਾਸ ਨੇ ਸ਼ਾਇਦ 1-2 ਵਾਰੀ ਪਹਿਲਾਂ ਵੀ ਕਿਹਾ ਹੈ, ਜਦੋਂ ਦਾਸ ਪਹਿਲੀ ਵਾਰੀ ਮਨੀ ਕਰਨ ਗਿਆ ਨਾ ਸਤਸੰਗੀ ਨੂੰ, ਇਹ ਤਕਰੀਬਨ ਸਨ 92-93 ਦੀ ਗੱਲ ਹੈ। ਅਤੇ ਦਾਸ ਸੁਬਾਹ ਜਦੋਂ ਬਾਥਰੂਮਾਂ 'ਚ ਗਿਆ ਅਤੇ ਉਦੋਂ ਉੱਥੇ ਸੰਤ ਹਰੀ ਨਾਰਾਇਣ ਜੀ ਸਨ। ਅਤੇ ਆਪ ਜਾ ਕੇ, ਮੈਂ ਜਦੋਂ ਸੁਬਾਹ ਗਿਆ 2:30 ਵਜੇ ਸਤਸੰਗੀ ਜਨੋਂ, ਤਾਂ ਉਹ ਆਪ ਫਲੈਸ਼ਾਂ ਸਾਫ਼ ਕਰ ਰਹੇ ਸਨ, ਬਾਥਰੂਮ ਸਾਫ਼ ਕਰ ਰਹੇ ਸਨ।
ਮੇਰਾ ਕਹਿਣ ਤੋਂ ਭਾਵ ਕਿਸੇ ਪ੍ਰੇਮੀ ਨੇ ਤਾਂ ਹੀ ਕਿਹਾ, ਕਹਿੰਦੇ ਉੱਤਮ ਪਦਵੀ ਪਾਦ ਗਏ। ਕਹਿੰਦੇ ਜੇ ਵੱਡੀਆਂ ਪਦਵੀਆਂ ਚਾਹੀਦੀਆਂ ਹਨ, ਕਹਿੰਦੇ ਸੇਵਾ ਕਰਕੇ ਨੀਚ, ਕਹਿੰਦੇ ਜਿਹੜੀਆਂ ਦੇਖਣ ਨੂੰ ਨੀਵੀਆਂ ਲੱਗਦੀਆਂ ਨਾ, ਛੋਟੀਆਂ ਲੱਗਦੀਆਂ, ਆਪਣੀ ਨਜ਼ਰ 'ਚ ਘਿਨਾਉਣੀਆਂ ਵੀ ਕਹਿ ਸਕਦੇ ਹਾਂ ਕਿ ਆਪਾਂ ਨੂੰ ਲੱਗਦੇ ਲੈ ਇਹ ਵੀ ਸੇਵਾ ਮੈਂ ਕਰਾਂ, ਪਰ ਉਹ ਉਹਨਾਂ ਦੇ ਉੱਪਰ ਗੁਰੂ ਜ਼ਿਆਦਾ ਪ੍ਰਸੰਨ ਹੁੰਦਾ। ਭਾਈ ਬਹਿਲੋ ਜਦੋਂ ਗੰਦਗੀ ਚੱਕ ਕੇ ਲੋਕਾਂ ਦੀ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਇਹ ਕਹਿ ਦੇਣਾ ਵੀ ਬੜਾ ਸੌਖਾ ਹੈ, ਸੁਣ ਲੈਣਾ ਵੀ ਬੜਾ ਸੌਖਾ ਹੈ, ਪਰ ਕਰਨਾ ਬੜਾ ਔਖਾ ਹੈ ਕਿ ਜਿੱਥੇ ਲੋਕੀ ਗੰਦਗੀ ਕਰਦੇ ਹੋਣ, ਭਾਈ ਬਹਿਲੋ ਜੀ ਟੋਕਰੀ ਦੇ ਵਿੱਚ ਕੱਪੜਾ ਲਗਾ ਕੇ, ਖੁਰਪਾ ਲੈ ਕੇ, ਟੋਕਰੀ ਭਰ ਕੇ ਲੈ ਕੇ ਆਉਂਦੇ ਸਨ। ਜਦੋਂ ਭੱਠੇ ਦੇ ਵਿੱਚ ਇੱਟਾਂ ਪਾਈਆਂ ਜਾਂਦੀਆਂ ਸਨ, ਜਿੱਥੇ ਬਾਲਣ ਪਾਉਂਦੇ ਸਨ, ਉਹਦੇ ਨਾਲ ਵਿਸਟਾ ਵੀ ਪਾ ਦਿੰਦੇ ਸਨ। ਕਿਉਂਕਿ ਪੰਜਵੇਂ ਪਾਤਸ਼ਾਹ ਨੇ ਇੱਕ ਦਿਨ ਪੁੱਛ ਲਿਆ ਸੀ ਸੰਗਤ ਦੇ ਵਿੱਚ, ਜਿਵੇਂ ਤੁਸੀਂ ਜੁੜ ਬੈਠੇ ਹੋ, ਇੱਟਾਂ ਆਈਆਂ ਥੋੜੀਆਂ ਕੱਚੀਆਂ ਸਨ, ਗੁਰੂ ਪਾਤਸ਼ਾਹ ਨੇ ਪੁੱਛਿਆ ਭੱਠੇ ਦੇ ਮਾਲਕ ਨੂੰ, ਜਿਹੜਾ ਭੱਠੇ ਦੀ ਸੇਵਾ ਕਰਦਾ ਸੀ, ਦੇਖ ਰੇਖ ਕਰਦਾ ਸੀ, ਇੱਟਾਂ ਕਿਵੇਂ ਪੱਕੀਆਂ ਨਿਕਲਣਗੀਆਂ? ਤੇ ਉਸਨੇ ਕਹਿ ਦਿੱਤਾ ਜੀ ਕਿ ਜੇਕਰ ਬਾਲਣ ਦੇ ਨਾਲ ਵਿਸਟਾ ਪਾਈ ਜਾਏ ਨਾ, ਗੰਦਗੀ ਪਾਈ ਜਾਏ, ਤਾਂ ਇੱਟਾਂ ਬੜੀਆਂ ਪੱਕੀਆਂ ਲਾਲ ਨਿਕਲਣਗੀਆਂ। ਤੇ ਜਦੋਂ ਭਾਈ ਬਹਿਲੋ ਨੇ ਇਹ ਸੇਵਾ ਕੀਤੀ, ਪੰਜਵੇਂ ਪਾਤਸ਼ਾਹ ਜਦੋਂ ਵੀ ਭੱਠੇ ਦਾ ਪੂਰ ਨਿਕਲਦਾ ਸੀ, ਇੱਟਾਂ ਆਪਣੇ ਕੋਲ ਬੁਲਾਉਂਦੇ ਸਨ, ਆਪਣੀ ਨਿਗਰਾਨੀ ਦੇ ਵਿੱਚ ਹਰਿਮੰਦਰ ਸਾਹਿਬ ਵਾਸਤੇ ਇੱਕ ਇੱਕ ਚੀਜ਼ ਚੈੱਕ ਕਰਦੇ ਸਨ ਕਿ ਚੂਨਾ ਕਿਸ ਤਰ੍ਹਾਂ ਦਾ ਬਣਿਆ, ਇੱਟਾਂ ਕਿਸ ਤਰ੍ਹਾਂ ਦੀਆਂ ਹਨ, ਮਿਸਤਰੀ ਕਿਹੜੇ ਲੱਗੇ ਹੋਏ ਹਨ। ਤੇ ਕਹਿੰਦੇ ਜਦੋਂ ਅੱਜ ਇੱਟਾਂ ਨਿਕਲ ਕੇ ਆਈਆਂ, ਗੁਰੂ ਪਾਤਸ਼ਾਹ ਨੇ, ਪੰਜਵੇਂ ਪਾਤਸ਼ਾਹ ਨੇ ਦੋਨੋਂ ਹੱਥਾਂ 'ਚ ਪਕੜੀਆਂ, ਖੜਕਾਈਆਂ, ਤਾਂ ਉਹ ਖੜਕ ਰਹੀਆਂ ਸਨ ਬੜੀਆਂ ਵਧੀਆ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਇੰਨੀਆਂ ਵਧੀਆ ਕਿਵੇਂ ਨਿਕਲ ਆਈਆਂ? ਜਿਹੜਾ ਭੱਠੇ ਦੀ ਦੇਖ ਰੇਖ ਕਰਦਾ ਸੀ, ਮੇਨ ਸੇਵਾਦਾਰ ਸੀ, ਉਹ ਕਹਿਣ ਲੱਗਾ ਸੱਚੇ ਪਾਤਸ਼ਾਹ ਭਾਈ ਬਹਿਲੋ ਦੀ ਸੇਵਾ ਹੈ। ਮੇਰੇ ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਬਹਿਲੋ ਕਿੱਥੇ ਹੈ? ਉਹ ਵਿਚਾਰਾ ਸੰਗਤ ਵਿੱਚ ਬੈਠਾ ਸੀ, ਕਿਉਂਕਿ ਜਿਹੜੇ ਸੇਵਾ ਕਰਨ ਵਾਲੇ ਹਨ ਨਾ, ਉਹ ਆਪਣੇ ਆਪ ਨੂੰ ਬੜਾ ਛੁਪਾ ਕੇ ਕੋਸ਼ਿਸ਼ ਕਰਦੇ ਹਨ। ਕਿਉਂਕਿ ਗੁਰੂ ਦਾ ਉਪਦੇਸ਼ ਇਹ ਵੀ ਹੈ ਕਿ ਸਿੱਖਾ ਤੇਰਾ ਇੱਕ ਹੱਥ ਸੇਵਾ ਕਰੇ ਤਾਂ ਦੂਜੇ ਹੱਥ ਨੂੰ ਪਤਾ ਹੀ ਨਾ ਚੱਲੇ। ਭਾਵ ਕਿ ਉਹਦੀ ਕੋਈ ਜ਼ਿਆਦਾ ਐਡਵਰਟਾਈਜ਼ਮੈਂਟ ਨਾ ਚਾਹੀ ਕਿ ਮੈਂ ਇੰਨੀ ਸੇਵਾ ਕੀਤੀ ਹੈ। ਭਾਈ ਬਹਿਲੋ ਜੀ ਵਿਚਾਰੇ ਨੀਵੀਂ ਪਾਈ ਹੋਈ, ਬੁੱਕਲ ਉੱਪਰੋਂ ਦੀ ਮਾਰੀ ਹੋਈ, ਨੀਵੀਂ ਪਾਈ ਹੋਈ, ਗੁਰੂ ਦੇ ਬਚਨ ਸਰਵਣ ਕਰਦੇ ਸਨ। ਕਹਿੰਦੇ ਜਦੋਂ ਪੰਜਵੇਂ ਪਾਤਸ਼ਾਹ ਨੇ ਪੁੱਛਿਆ ਭਾਈ ਬਹਿਲੋ ਕਿੱਥੇ ਹੋਇਆ, ਤਾਂ ਹੁਣ ਉਹਦੇ ਮਨ 'ਚ ਹੈ ਕਿ ਗੁਰੂ ਦੀ ਰਸਨਾ ਦੇ ਉੱਪਰ ਮੇਰਾ ਨਾਮ, ਕਹਿੰਦੇ ਉੱਠ ਕੇ ਆਇਆ, ਅੱਗੇ ਆ ਕੇ ਮੱਥਾ ਟੇਕਿਆ। ਪੰਜਵੇਂ ਪਾਤਸ਼ਾਹ ਨੇ ਛਾਤੀ ਨਾਲ ਲਗਾ ਲਿਆ, ਤਾਂ ਇਤਿਹਾਸ ਦਾ ਬਚਨ ਤੁਸੀਂ ਸਰਵਣ ਕਰਦੇ ਹੋ। ਪੰਜਵੇਂ ਪਾਤਸ਼ਾਹ ਛਾਤੀ ਨਾਲ ਲਗਾ ਕੇ ਕਹਿੰਦੇ ਭਾਈ ਬਹਿਲੋ ਸਭ ਤੋਂ ਪਹਿਲੋ, ਕਿ ਤੂੰ ਸੇਵਾ ਵਿੱਚ ਸਭ ਤੋਂ ਅੱਗੇ ਨਿਕਲ ਗਿਆ ਹੈ। ਸੋ ਹੁਣ ਆਪਾਂ ਸੰਤ ਗੁਰਮੀਤ ਸਿੰਘ ਜੀ ਦੇ ਕੋਲੋਂ ਲਾਹਾ ਖੱਟ ਕੇ ਘਰਾਂ ਨੂੰ ਚੱਲੀਏ। ਇਹ ਧਾਰਨਾ 2 ਮਿੰਟ ਵਾਸਤੇ ਸਰਵਣ ਕਰਾਂਗੇ, ਉਸ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਦੁਬਾਰਾ ਫਿਰ ਸਾਰੀ ਸੰਤ ਮੰਡਲੀ ਦੀ ਤਰਫੋਂ ਆਪ ਰੱਬ ਵਰਗੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।